ਕੱਖ ਅਤੇ ਰੰਗਾਂ ਦੇ ਨਾਲ ਮਿੱਟੀ ਦੇ ਨਾਲ ਬਣੇ ਇਸ ਘਰ ਨੂੰ ਦੇਖ ਕੇ ਹਰ ਕੋਈ ਮਨਮੋਹਕ ਹੋ ਉੱਠਦਾ ਹੈ ਔਰ ਇਸ ਘਰ ਦੀ ਵਿਲੱਖਣਤਾ ਇਹੀ ਹੈ ਕਿ ਰੰਗਾਂ ਦੇ ਨਾਲ ਬਣਾਏ ਗਏ ਇਸ ਘਰ ਨੂੰ ਦੇਖ ਕੇ ਹਰ ਕੋਈ ਇਸ ਦੇ ਵੱਲ ਖਿੱਚਿਆ ਜਾਂਦਾ ਹੈ। ਤੇ इधर ਭਾਂਡਿਆਂ ਨੂੰ ਰੱਖਣ ਵਾਸਤੇ ਕਿਸ ਤਰ੍ਹਾਂ ਖਾਨੇ ਬਣਾਏ ਗਏ ਨੇ, ਬਾਂਸ ਦੀ ਵਰਤੋਂ ਕੀਤੀ ਗਈ ਸੀ, ਕੱਖਾਂ ਦੀ ਵਰਤੋਂ ਕੀਤੀ ਗਈ ਤੇ ਉਸ ਦੇ ਉੱਪਰ ਫਿਰ ਮਿੱਟੀ ਤੋਂ ਬਾਅਦ ਰੰਗ ਰੋਗਨ ਕਰ ਦਿੱਤਾ ਗਿਆ। ਮਾਤਾਵਾਂ ਭੈਣਾਂ ਅਤੇ ਬਾਕੀ ਰਿਸ਼ਤੇਦਾਰ ਜਿਹੜੀਆਂ ਔਰਤਾਂ ਨੇ, ਖਾਸ ਤੌਰ ਤੇ ਮਹਿਲਾਵਾਂ ਨੇ ਘਰ ਦੀਆਂ, ਉਹਨਾਂ ਦੇ ਵੱਲੋਂ ਹੀ ਇਹ ਸਾਰਾ ਘਰ ਬਣਾਇਆ ਗਿਆ। ਮਿੱਟੀ ਦੇ ਘਰ ਬਣਦੇ ਤੁਸੀਂ ਬਚਪਨ ਦੇ ਵਿੱਚ ਦੇਖੇ ਹੋਣਗੇ, ਬਣਾਏ ਵੀ ਹੋਣਗੇ, ਪਰ ਜਿਸ ਤਰ੍ਹਾਂ ਦੇ ਨਾਲ ਇੱਕ ਪੂਰਾ ਪਰਿਵਾਰ, ਤਕਰੀਬਨ 8 ਤੋਂ 10 ਮੈਂਬਰ ਨੇ ਇੱਕੋ ਪਰਿਵਾਰ ਦੇ, ਜੋ ਕਿ ਇਸ ਮਿੱਟੀ ਦੇ ਬਣਾਏ ਹੋਏ ਘਰ ਦੇ ਵਿੱਚ ਰਹਿ ਰਹੇ ਨੇ। ਔਰ ਕਮਾਲ ਦੀ ਗੱਲ ਹੈ ਕਿ ਇਹ ਘਰ ਇਹਨਾਂ ਦੇ ਵੱਲੋਂ ਖੁਦ ਬਣਾਇਆ ਗਿਆ ਔਰ ਇਹ ਦੱਸਦੇ ਨੇ ਕਿ ਇਹਨਾਂ ਦਾ ਪਿਛੋਕੜ ਰਾਜਸਥਾਨ ਅਤੇ ਯੂਪੀ ਤੋਂ ਹੈ ਔਰ 1 ਸਾਲ ਹੋਇਆ ਇਹਨਾਂ ਨੂੰ ਕਿ ਇਹ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਵਿੱਚ ਆ ਕੇ ਇਹਨਾਂ ਨੇ ਰਹਿਣਾ ਸ਼ੁਰੂ ਕੀਤਾ ਅਤੇ ਮਿੱਟੀ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਮਿੱਟੀ ਤੋਂ ਬਾਅਦ ਉਸ ਦੇ ਉੱਪਰ ਰੰਗ ਰੋਗਨ ਕੀਤਾ ਜਾਂਦਾ ਹੈ, ਬਹੁਮੁੱਲੇ ਕਲਰਾਂ ਦੇ ਨਾਲ ਅਲੱਗ-ਅਲੱਗ ਰੰਗ ਕੀਤੇ ਜਾਂਦੇ ਨੇ, ਕਿਸ ਤਰ੍ਹਾਂ ਦੇ ਨਾਲ ਤਰਾਸ਼ਿਆ ਹੋਇਆ ਤੁਸੀਂ ਦੇਖ ਸਕਦੇ ਹੋ। ਇੱਕ ਇੱਕ ਚੀਜ਼ ਟਿਕਾਣੇ ਤੇ ਕਿਵੇਂ ਰੱਖੀ ਹੋਈ ਹੈ, ਉਸ ਤੋਂ ਇਲਾਵਾ ਫੁੱਲ ਬੂਟੀਆਂ ਪਾਈਆਂ ਹੋਈਆਂ ਨੇ, ਵੱਡੇ ਵੱਡੇ ਫੁੱਲਾਂ ਦੇ ਨਾਲ ਸ਼ਿੰਗਾਰ ਕੀਤਾ ਹੋਇਆ ਹੈ, ਹਰ ਇੱਕ ਤਰ੍ਹਾਂ ਦਾ ਰੰਗ ਵਰਤਿਆ ਗਿਆ। ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਪੂਰੇ ਘਰ ਨੂੰ ਬਣਨ ਦੇ ਵਿੱਚ ਤਕਰੀਬਨ 15 ਤੋਂ 20 ਦਿਨ ਜਾਂ ਫਿਰ 1 ਮਹੀਨੇ ਤੱਕ ਦਾ ਸਮਾਂ ਲੱਗਿਆ। ਇੱਕ ਇੱਕ ਛੋਟੀ ਛੋਟੀ ਚੀਜ਼ ਨੂੰ ਜੇਕਰ ਤੁਸੀਂ ਦੇਖੋ ਤਾਂ ਬਹੁਤ ਹੀ ਪਿਆਰ ਦੇ ਨਾਲ ਤਰਾਸ਼ਿਆ ਗਿਆ ਹੈ। ਕਾਫੀ ਰੰਗਾਂ ਨੂੰ ਇਸਤੇਮਾਲ ਕਰਦੇ ਹੋਏ ਕੁਰੇਦ ਕੀ ਬਣਾਇਆ ਗਿਆ, ਖਾਸ ਤੌਰ ਤੇ ਤੁਸੀਂ ਦੇਖੋ ਜੇ ਤਾਂ ਇਹ ਜਿਹੜਾ ਐਪਲ ਹੈ ਇਹਨੂੰ ਕੁਰੇਦਿਆ ਗਿਆ। ਕਿਵੇਂ ਬਣਾਇਆ ਗਿਆ, ਪਹਿਲਾਂ ਪੂਰੀ ਦੀਵਾਰ ਨੂੰ ਪੇਂਟ ਕੀਤਾ ਗਿਆ, ਦੀਵਾਰ ਦੇ ਉੱਪਰ ਕਲਰਿੰਗ ਕੀਤੀ ਗਈ ਅਤੇ ਰੰਗਾਂ ਦੇ ਨਾਲ ਉਸ ਤੋਂ ਬਾਅਦ ਫੁੱਲਾਂ ਨੂੰ ਬਣਾਇਆ ਗਿਆ। ਫੁੱਲਾਂ ਦੇ ਉੱਪਰ ਚਮਕੀਲ ਵੀ ਦਿਖ ਰਹੀ ਹੋਣੀ ਹੈ ਤੁਹਾਨੂੰ। ਤੇ ਇੱਧਰ ਭਾਂਡਿਆਂ ਨੂੰ ਰੱਖਣ ਵਾਸਤੇ ਕਿਸ ਤਰ੍ਹਾਂ ਖਾਨੇ ਬਣਾਏ ਗਏ ਨੇ, ਬਾਂਸ ਦੀ ਵਰਤੋਂ ਕੀਤੀ ਗਈ ਸੀ, ਕੱਖਾਂ ਦੀ ਵਰਤੋਂ ਕੀਤੀ ਗਈ ਤੇ ਉਸ ਦੇ ਉੱਪਰ ਫਿਰ ਮਿੱਟੀ ਤੋਂ ਬਾਅਦ ਰੰਗ ਰੋਗਨ ਕਰ ਦਿੱਤਾ ਗਿਆ। 8 ਤੋਂ 10 ਮੈਂਬਰਾਂ ਦਾ ਪਰਿਵਾਰ ਇੱਕੋ ਹੀ ਘਰ ਦੇ ਵਿੱਚ ਰਹਿੰਦਾ ਹੈ। ਤੁਸੀਂ ਦੇਖ ਸਕਦੇ ਹੋ ਕਿ ਉੱਪਰ ਕੱਖਾਂ ਦੇ ਨਾਲ, ਬਾਂਸ ਦੇ ਨਾਲ ਜਿਹੜੀ ਘਰ ਬਣਾਇਆ ਹੋਇਆ ਇਹਨਾਂ ਨੇ, ਝੁੱਗੀ ਬਣਾਈ ਹੋਈ ਆ ਆਪਣਾ। ਕਿਹਾ ਜਾ ਰਿਹਾ ਇਹਨਾਂ ਦੇ ਵੱਲੋਂ ਕਿ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਸਾਨੂੰ ਨਹੀਂ ਆ ਰਹੀ। ਇਸ ਘਰ ਪਰਿਵਾਰ ਦੇ ਵਿੱਚ ਉਹ ਖੁਸ਼ ਨੇ। ਔਰ ਮੈਂ ਇਹ ਵੀ ਪੁੱਛਿਆ ਇਹਨਾਂ ਤੋਂ ਖਾਸ ਤੌਰ ਤੇ ਕਿ ਜਦੋਂ ਹੁਣ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਜੁਲਾਈ ਮਹੀਨੇ ਦੇ ਵਿੱਚ, ਤਾਂ ਕਿਹੜੀਆਂ ਦਿੱਕਤਾਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਤਾਂ ਇਹਨਾਂ ਦੇ ਵੱਲੋਂ ਸਾਫ਼ ਤੌਰ ਤੇ ਦੱਸਿਆ ਗਿਆ ਕਿ ਇਹਨਾਂ ਛੱਤਾਂ ਦੇ ਵਿੱਚੋਂ ਬਿਲਕੁਲ ਵੀ ਪਾਣੀ ਅੰਦਰ ਨਹੀਂ ਆਉਂਦਾ, ਯਾਨੀ ਕਿ ਛੱਤਾਂ ਚੋਂਦੀਆਂ ਨਹੀਂ। ਗਰਮੀ ਦੇ ਵਿੱਚ ਮਿੱਟੀ ਦੇ ਬਣੇ ਹੋਏ ਘਰ ਜ਼ਿਆਦਾ ਠੰਡਕ ਪਹੁੰਚਾਉਂਦੇ ਨੇ, ਇਸ ਕਰਕੇ ਉਹ ਇਹਨਾਂ ਘਰਾਂ ਦੇ ਵਿੱਚ ਰਹਿ ਕੇ ਖੁਸ਼ ਨੇ। ਫਿਰ ਜਦੋਂ ਮੀਂਹ ਪੈਂਦਾ ਹੈ, ਮੀਂਹ ਨਾ ਖਰਾਬ ਹੋ ਗਿਆ ਜਿਵੇਂ ਸਾਰਾ ਘਰ ਬਾਹਰੋਂ? ਨਹੀਂ, ਅੰਦਰ ਨਹੀਂ ਖਰਾਬ ਹੁੰਦਾ। ਅੱਛਾ, ਅੰਦਰ ਨਹੀਂ ਹੁੰਦਾ। ਇਹਦੇ ਚੋਂ ਪਾਣੀ ਨਹੀਂ ਗਿਰਦਾ ਅੰਦਰ? ਨਾ, ਬਾਰ-ਬਾਰ ਖਰਾਬ ਹੋਇਆ ਬਸ। ਤੇ ਡਰ ਨਹੀਂ ਲੱਗਦਾ ਕੋਈ ਜਾਨਵਰ ਆ ਜਾਵੇ ਜਾਂ ਕੁਛ ਆ ਜਾਵੇ ਅੰਦਰ? ਕੋਈ ਨਹੀਂ ਆਂਦਾ ਇੱਥੇ। ਕੋਈ ਨਹੀਂ ਆਂਦਾ। ਚਲੋ ਵਧੀਆ ਗੱਲ ਹੈ ਵੀ। ਤੁਹਾਡੇ ਮਤਲਬ ਕੀ ਕਰਦੇ ਸੀ ਤੁਸੀਂ ਪਹਿਲਾਂ? ਯੂਪੀ। ਆਹ ਘਰ ਬਣੇ ਨੂੰ ਕਿੰਨਾ ਟਾਈਮ ਹੋਇਆ? ਇਹਨੂੰ ਹੋ ਗਏ 7-8 ਮਹੀਨੇ ਹੋ ਗਏ। ਅੱਛਾ, 8 ਮਹੀਨੇ ਚੱਲ ਗਿਆ ਘਰ, ਹੁਣ ਤੁਸੀਂ ਦੁਬਾਰਾ ਬਣਾ ਰਹੇ ਹੋ, ਨੀਚੋਂ ਲਿਪ ਰਹੇ ਹੋ। ਹਾਂ, ਇਹ ਖਰਾਬ ਹੋ ਗਿਆ ਨਾ। ਕਿਵੇਂ ਦਾ ਲੱਗਦਾ ਹੈ ਘਰ 'ਚ ਰਹਿ ਕੇ? ਚੰਗਾ ਲੱਗਦਾ, ਵਧੀਆ। ਇੱਥੇ ਵਧੀਆ ਲੱਗਦਾ। ਦਿਲ ਨਹੀਂ ਕਰਦਾ ਕਿ ਜਿਵੇਂ ਬਾਕੀ ਉੱਧਰ ਦੂਰ ਦੂਰ ਘਰ ਬਣੇ ਹੋਏ ਨੇ ਉਵੇਂ ਦਾ ਬਣਨ? ਨਹੀਂ, ਇਹਨਾਂ ਦਾ ਚੰਗਾ ਹੀ ਲੱਗਦਾ ਇੱਥੇ। ਹਾਂ, ਇੱਥੇ ਜ਼ਿਆਦਾ ਚੰਗਾ ਲੱਗਦਾ ਕਿਉਂਕਿ ਠੰਡੀ ਹਵਾ ਲੱਗਦੀ ਇੱਥੇ ਰਹਿ ਕੇ। ਅੱਛਾ, ਤੇ ਫਿਰ ਤੁਸੀਂ ਜਿਵੇਂ ਪਹਿਲਾਂ ਕਿੱਥੇ ਦੇ ਹੋ? ਯੂਪੀ ਦੇ ਗਏ, ਸਿਆਲਪੁਰ ਦੇ। ਸਿਆਲਪੁਰ ਦੇ ਹੋ। ਜਦੋਂ ਤੁਸੀਂ ਉੱਥੋਂ ਇੱਥੇ ਆਏ ਸੀ, ਪੂਰਾ ਸੋਚ ਕੇ ਆਏ ਸੀ ਕਿ ਇੱਥੇ ਆ ਕੇ ਐਵੇਂ ਘਰ ਬਣਾ ਲਾਂਗੇ, ਸਬਜ਼ੀਆਂ ਦਾ ਕੰਮ ਚੱਲ ਜਾਏਗਾ? ਇੱਥੇ ਰਹਿੰਦੇ ਬੜਾ ਸਾਲ ਹੋ ਗਿਆ, 40-50 ਸਾਲ ਹੋ ਗਏ ਇੱਥੇ ਰਹਿੰਦੇ। ਫਿਰ ਖਰਚਾ ਕਿਵੇਂ ਚੱਲਦਾ ਹੈ ਤੁਹਾਡੇ ਘਰ ਦਾ? ਖਰਚਾ ਕੀ, ਸਬਜ਼ੀ ਲਗਾਉਂਦੇ, ਇਹਦੇ ਨਾਲ ਹੁੰਦਾ ਖਰਚਾ ਪੂਰਾ। ਹਾਂ। ਇਹ ਸਾਰੀ ਜ਼ਮੀਨ ਫਿਰ ਰੈਂਟ ਠੇਕੇ ਤੇ? ਅੱਛਾ, ਇਹ 41,000 ਤੇ ਹੈਗੀ ਠੇਕੇ ਤੇ ਕਿੱਲੇ ਦਾ। ਹਾਂ, ਯਾਨੀ ਕਿ ਵਧੀਆ ਚੱਲ ਜਾਂਦਾ, ਇੰਨਾ ਨਿਕਲ ਆਂਦਾ ਸਬਜ਼ੀ ਚੋਂ? ਹੋ ਜਾਂਦਾ, ਕਈ ਵਾਰ ਨਹੀਂ ਵੀ ਹੁੰਦਾ। ਠੀਕ ਹੈ, ਵਧੀਆ ਗੱਲ ਹੈ। ਸਕੂਲ ਨਹੀਂ ਜਾਂਦੇ ਬੱਚੇ? ਜਾਂਦੀ ਸੀ, पिछले साल की बीमारी करके जान देंगे, कोरोना करके बंद हो गया। ठीक है जी।
ਵਧੀਆ ਲੱਗਿਆ ਸਾਰਾ ਘਰ-ਬਾਰ ਦੇਖ ਕੇ। ਰੰਗ ਰੋਗਨ ਕੀਤਾ ਹੋਇਆ ਹੈ, ਫੁੱਲ ਬੂਟੀਆਂ ਬਣਾਈਆਂ ਹੋਈਆਂ ਨੇ। ਇਹ ਤਰਾਸ਼ਿਆ ਹੋਇਆ ਹੈ ਖਾਸ ਤੌਰ ਤੇ, ਇਹ ਉਕਰੇ ਹੋਏ ਨੇ ਬਾਹਰ ਨੂੰ, ਪਹਿਲਾਂ ਪਲੇਨ ਬਣਾਇਆ ਹੋਇਆ ਹੈ। ਇਹਦੇ ਵਿੱਚ ਕਿਹੜੀ ਮਿੱਟੀ ਲੱਗੀ ਹੈ? ਇਹ ਮਿੱਟੀ ਆ ਕਲਰ ਕਲਰ ਇਹ ਉਹ ਚਮਕਣ ਵਾਲਾ ਹੈ ਨਾ ਹਾਂ, ਨੀਲਾ ਇਹ ਕਿੱਥੋਂ ਲੈ ਕੇ ਆਉਂਦੇ ਹੋ ਕਲਰ? ਪੰਗਾਲੇ। ਪੰਗਾਲੇ ਤੋਂ ਮਿਲ ਜਾਂਦਾ ਹੈ। ਕਿੰਨਾ ਇੱਕ ਡੱਬੇ ਨਾਲ ਸਾਰਾ ਘਰ ਪੇਂਟ ਹੋ ਜਾਂਦਾ ਹੈ? ਕਿਵੇਂ ਮਿਲਦਾ ਹੈ? ਚਾਰ ਪੰਜ ਰੰਗ ਦੇ ਡੱਬੇ ਹੈਗੇ, ਚਾਰ ਪੰਜ ਕਲਰ ਹੈਗੇ। ਇਹ ਤੁਹਾਨੂੰ ਇਮੇਜਿਨੇਸ਼ਨ ਕਿਵੇਂ ਆਉਂਦੀ ਹੈ, ਕਿਵੇਂ ਸੋਚ ਕੇ ਬਣਾਉਂਦੇ ਹੋ ਸਾਰਾ? ਇਦਾਂ ਹੀ ਕਿਉਂਕਿ ਐਵੇਂ ਦੇ ਅਸੀਂ ਡਰਾਇੰਗ ਕਰਦੇ ਹੁੰਦੇ ਆ ਛੋਟੇ ਬੱਚੇ, ਉਹਦੇ ਵਿੱਚ ਦੇਖੇ ਨੇ ਕਿ ਹਾਂ ਐਵੇਂ ਘਰ ਬਣਾ ਲਿਆ ਤੇ ਕਲਰਫੁਲ ਹੋ ਗਿਆ। ਇਹ ਸਾਰੀ ਇਮੇਜਿਨੇਸ਼ਨ ਤੁਹਾਡੀ ਆ? ਫੁੱਲ ਬੂਟੇ ਬਣਾਏ ਹੋਏ ਨੇ ਇਹਨੇ? ਇਕੱਲੇ ਬਣੇ ਹੋਏ ਆ। ਕਿੱਥੋਂ ਆਂਦਾ ਆਈਡੀਆ? ਕੀ ਦੇਖਦੇ ਹੋ ਤੁਸੀਂ? ਕੁਝ ਨਹੀਂ ਇਦਾਂ ਇਦਾਂ ਹੀ ਅਲੱਗ-ਅਲੱਗ ਬਦਲ ਕੇ ਬਣਾਉਂਦੇ ਹੋ? 2 ਸਾਲ ਬਾਅਦ ਦਿਲ ਕਰਦਾ ਹੈ ਇਸ ਵਾਰ ਦਿਲ ਬਣਾਇਆ, ਅਗਲੀ ਵਾਰ ਇੱਥੇ ਲੱਭ ਜਾਏਗੀ ਮੁੜ ਕੇ ਤੇ ਇਹ ਛਾਨਾ ਫਿਰ ਰਹਿਣਗੇ ਮੁੜ ਕੇ। ਹੂੰ ਨਹੀਂ ਲੱਭੀ ਤੋੜ ਦੂਜੀ ਜਗ੍ਹਾ ਬਣਾਣੀ ਆ ਫਿਰ। ਅੱਛਾ, ਹਾਂ ਔਖਾ ਨਹੀਂ ਲੱਗਦਾ? ਔਖਾ ਤਾਂ ਲੱਗਦਾ, ਕੀ ਕਰਨਾ ਪੈਂਦਾ। ਹੈ ਉੱਥੇ ਵੀ ਸੇਮ ਡਿਜ਼ਾਈਨ ਬਣਾ ਲਓਗੇ ਜਾ ਕੇ? ਹੋਰ ਇਦਾਂ ਹੀ ਬਣਾ ਲੈਣੀ ਫਿਰ, ਹੋਰ ਨਵੀਂ ਬਣਾ ਲੈਣੀ ਸੋਚ ਸਾਚ ਕੇ। ਹਾਂ, ਉਹੀ ਨਵਾਂ ਆਈਡੀਆ ਕਿੱਥੋਂ ਆਂਦਾ? ਇਦਾਂ ਹੀ ਬਣਾ ਲੈਂਦੇ ਵੇਖ ਵੇਖ ਕੇ। ਕਿੱਥੇ ਧਿਆਨ ਚ ਆ ਜਾਂਦਾ ਇਦਾਂ ਬਣਾਈ ਫਿਰ ਬਣਾ ਲੈਂਦੇ। ਕਈ ਵਾਰੀ ਐਵੇਂ ਵੀ ਹੁੰਦਾ ਕਿ ਮੈਂ ਕੁਝ ਹੋਰ ਬਣਾ ਰਹੀ ਸੀ, ਕੁਝ ਹੋਰ ਹੀ ਬਣ ਗਿਆ। ਨਹੀਂ ਨਹੀਂ ਇਦਾਂ ਅੱਛਾ, ਸਾਰੀਆਂ ਔਰਤਾਂ ਹੀ ਬਣਾਉਂਦੀਆਂ ਨੇ ਸਾਰਾ ਘਰ, ਹੈ ਨਾ? ਮਾਣ ਮਹਿਸੂਸ ਨਹੀਂ ਹੁੰਦਾ ਕਿ ਸਾਰੀ ਦੁਨੀਆ ਦੇ ਵਿੱਚ ਜੇ ਸਾਡੇ ਘਰ ਵੀ ਦੇਖੇ ਜਾਣ ਘਰ ਹੈਗੇ ਯੂਪੀ ਹੈਗੇ ਤਾਂ ਉੱਥੇ ਬੰਦੇ ਹੀ ਬਣਾਉਂਦੇ ਨੇ ਘਰ, ਇੱਥੇ ਸਾਰੀਆਂ ਜਨਾਨੀਆਂ ਬਣਾ ਰਹੀਆਂ ਨੇ ਘਰ। ਸਾਡੇ ਉੱਥੇ ਘਰ ਹੈਗੇ ਯੂਪੀ ਤੇ ਹਾਂ, ਉੱਥੇ ਜਾਣ ਦੇ ਕਦੇ ਕਦਾਰ ਦੀ ਘੁੰਮਣ। ਉੱਥੇ ਵੀ ਐਵੇਂ ਬਣੇ ਹੋਏ ਨੇ? ਪੱਕੇ ਹੈਗੇ ਤਾਂ ਨਹੀਂ। ਅੱਛਾ, ਉੱਥੇ ਕੋਠੇ ਪੱਕੇ ਹੈਗੇ। ਕੋਠੀ ਬਣਾਏ ਹੋਏ ਨੇ। ਅੱਛਾ, ਤੁਸੀਂ ਆ ਕਿੱਥੋਂ ਸਿੱਖਿਆ ਫਿਰ ਬਣਾਉਣਾ? ਕਿੱਥੋਂ ਇਦਾਂ ਹੀ ਸਿੱਖਿਆ, ਸਾਡੇ ਬਜ਼ੁਰਗ ਕਰਦੇ ਸੀ ਇਦਾਂ, ਅਸੀਂ ਵੀ ਇਦਾਂ ਹੀ ਕਰਨ ਲੱਗੇ। ਅੱਛਾ, ਬਜ਼ੁਰਗਾਂ ਨੂੰ ਦੇਖ ਦੇਖ ਕੇ ਹੀ ਸਿੱਖ ਗਏ। ਇੱਕ ਹੋਰ ਮਿੱਟੀ ਦਾ ਘਰ ਉਹਦੇ ਨਾਲ ਹੀ ਬਣਿਆ ਹੋਇਆ ਹੈ। ਉੱਥੇ ਤੁਸੀਂ ਦੇਖਿਆ ਕਿ ਪੀਲੇ ਰੰਗ ਦੀਆਂ ਦੀਵਾਰਾਂ ਬਣਾਈਆਂ ਗਈਆਂ ਸੀ ਤਾਂ ਇੱਥੇ ਫਰੋਜੀ ਰੰਗ ਕੀਤਾ ਹੋਇਆ, ਸਕਾਈ ਬਲੂ ਕਲਰ ਕੀਤਾ ਹੋਇਆ। ਇੱਥੇ ਕਮਲ ਦਾ ਫੁੱਲ ਕੁਰੇਦ ਕੇ ਬਣਾਇਆ ਗਿਆ, ਨਾਲ ਇੱਕ ਹੋਰ ਫੁੱਲ ਵੀ ਹੈ। ਤੇ ਹਾਂ, ਇਹ ਫੁੱਲ ਕਿਸੇ ਪਾਰਟੀ ਦਾ ਸਿੰਬਲ ਨਹੀਂ ਬਣਾਇਆ ਗਿਆ ਇਹਨਾਂ ਦੇ ਵੱਲੋਂ। ਇਹਨਾਂ ਦਾ ਪਿਛੋਕੜ ਰਾਜਸਥਾਨ ਯੂਪੀ ਦੇ ਵਿੱਚ ਹੈ ਤੇ ਇਹਨਾਂ ਦੇ ਘਰ ਦੇ ਵਿੱਚ ਰਹਿੰਦੇ ਕੁਝ ਬੱਚਿਆਂ ਨੇ ਮੈਨੂੰ ਦੱਸਿਆ ਕਿ ਉਹ 5ਵੀਂ ਤੱਕ ਦੀ ਪੜ੍ਹਾਈ ਵੀ ਕਰਕੇ ਆਏ ਨੇ, ਮੌਲਵੀ ਦੇ ਕੋਲ ਉਹ ਪੜ੍ਹ ਕੇ ਆਏ ਨੇ, ਉਰਦੂ ਸਿੱਖੀ ਹੋਈ ਹੈ ਉਹਨਾਂ ਨੇ। ਪਰ ਇਹ ਕਲਾਕ੍ਰਿਤੀ ਹੈ ਜਿਹੜੀ ਉਹਨਾਂ ਦੇ ਘਰ ਪਰਿਵਾਰ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਸੀ। ਉਹਨਾਂ ਦੀਆਂ ਮਾਤਾਵਾਂ, ਭੈਣਾਂ ਅਤੇ ਬਾਕੀ ਰਿਸ਼ਤੇਦਾਰ ਜਿਹੜੀਆਂ ਔਰਤਾਂ ਨੇ, ਖਾਸ ਤੌਰ ਤੇ ਮਹਿਲਾਵਾਂ ਨੇ ਘਰ ਦੀਆਂ, ਉਹਨਾਂ ਦੇ ਵੱਲੋਂ ਹੀ ਇਹ ਸਾਰਾ ਘਰ ਬਣਾਇਆ ਗਿਆ। ਕਿਹਾ ਜਾਂਦਾ ਹੈ ਕਿ ਇੱਕ ਬਹੁਤ ਹੀ ਜ਼ਿਆਦਾ ਕ੍ਰੀਏਟੀਵਿਟੀ ਹੁੰਦੀ ਹੈ ਔਰਤਾਂ ਦੇ ਵਿੱਚ, ਤੇ ਉਹ ਕ੍ਰੀਏਟੀਵਿਟੀ ਹੈ ਜਿਹੜੀ, ਉਹ ਰਚਨਾਤਮਕ ਪੱਖ ਹੈ ਜਿਹੜਾ, ਉਹ ਇਸ ਘਰ ਦੇ ਵਿੱਚ ਦੇਖਿਆ ਜਾ ਸਕਦਾ ਹੈ। ਫੁੱਲ ਬੂਟਿਆਂ ਦੇ ਨਾਲ ਸ਼ਿੰਗਾਰਿਆ ਹੋਇਆ ਹੈ, ਅਲੱਗ-ਅਲੱਗ ਰੰਗਾਂ ਦਾ ਇਸਤੇਮਾਲ ਕੀਤਾ ਗਿਆ ਹੈ। ਹਰ ਇੱਕ ਚੀਜ਼ ਨੂੰ ਪੂਰੇ ਟਿਕਾਣੇ ਤੇ ਰੱਖਣ ਦੇ ਲਈ ਉਸੇ ਸਾਈਜ਼ ਦੇ ਪੂਰੇ ਜਿਹੜੀ ਜਗ੍ਹਾ ਦਿੱਤੀ ਗਈ ਹੈ, ਉਹਨਾਂ ਨੂੰ ਕੁਰੇਦਣ ਦੇ ਨਾਲ ਨਾਲ ਇਹਨਾਂ ਦੇ ਵੱਲੋਂ ਬਾਂਸ ਦੇ ਅੱਗੇ ਕਲਰ ਕਰਕੇ, ਰੰਗ ਰੁੰਗ ਭਰ ਕੇ ਉਹਦੇ ਵਿੱਚੋਂ ਇੱਕ ਜਗ੍ਹਾ ਨੂੰ ਘੇਰਿਆ ਗਿਆ ਤਾਂ ਕਿ ਬਾਕੀ ਦਾ ਸਾਰਾ ਸਮਾਨ ਉਸ ਦੇ ਉੱਪਰ ਟਿਕਾਇਆ ਜਾ ਸਕੇ। ਕੱਖ ਅਤੇ ਰੰਗਾਂ ਦੇ ਨਾਲ, ਮਿੱਟੀ ਦੇ ਨਾਲ ਬਣੇ ਇਸ ਘਰ ਨੂੰ ਦੇਖ ਕੇ ਹਰ ਕੋਈ ਮਨਮੋਹਕ ਹੋ ਉੱਠਦਾ ਹੈ। ਔਰ ਇਸ ਘਰ ਦੀ ਵਿਲੱਖਣਤਾ ਇਹੀ ਹੈ ਕਿ ਰੰਗਾਂ ਦੇ ਨਾਲ ਬਣਾਏ ਗਏ ਇਸ ਘਰ ਨੂੰ ਦੇਖ ਕੇ ਹਰ ਕੋਈ ਇਸ ਦੇ ਵੱਲ ਖਿੱਚਿਆ ਜਾਂਦਾ ਹੈ। ਜਦੋਂ ਕੋਈ ਬੱਚਾ ਆਪਣੇ ਛੋਟੇ ਘਰਾਂ ਨੂੰ ਬਣਾਉਣਾ ਸ਼ੁਰੂ ਕਰਦਾ ਹੈ, ਝੌਂਪੜੀਆਂ ਬਣਾਉਂਦਾ ਹੈ ਜਾਂ ਫਿਰ ਮਿੱਟੀ ਦੇ ਭਾਂਡੇ ਬਣਾਏ ਹੋਣਗੇ ਕਾਫੀ ਬੱਚਿਆਂ ਨੇ ਛੋਟੇ ਹੁੰਦੇ ਹੋਏ ਬਚਪਨ ਦੇ ਵਿੱਚ ਕਈ ਲੋਕਾਂ ਨੇ। ਹਾਂ, ਹਾਲਾਂਕਿ ਇਹ ਸਭ ਕੁਝ ਹੁਣ ਉਹਨਾਂ ਪ੍ਰਚਲਿਤ ਨਹੀਂ ਰਿਹਾ, ਪਰ ਉਸ ਛੋਟੇ ਘਰਾਂ ਤੋਂ ਇੱਕ ਵੱਡਾ ਘਰ ਬਣਾਉਣ ਦਾ ਕੋਈ ਸੋਚ ਨਹੀਂ ਸਕਦਾ ਸੀ। ਪਰ ਕਾਫੀ ਲੰਬੇ ਸਮੇਂ ਤੋਂ ਜੇਕਰ ਦੇਖਿਆ ਜਾਵੇ ਤਾਂ ਪ੍ਰਾਚੀਨ ਕਾਲ ਦੇ ਵਿੱਚ ਵੀ ਲੋਕ ਇਸ ਤਰ੍ਹਾਂ ਹੀ ਰਹਿੰਦੇ ਸਨ ਅਤੇ ਇਹ ਘਰ ਦੇ ਫਾਇਦਾ ਇਹ ਹੈ ਮਿੱਟੀ ਦੇ ਘਰ ਬਣਾਉਣ ਦਾ ਕਿ ਇਹਨਾਂ ਨੂੰ ਇੱਥੇ ਗਰਮੀ ਨਹੀਂ ਲੱਗਦੀ ਔਰ ਜ਼ਰੂਰਤ ਦਾ ਸਾਰਾ ਸਮਾਨ ਇੱਥੇ ਇਹਨਾਂ ਨੇ ਰੱਖਿਆ ਹੋਇਆ ਹੈ। ਔਰ ਬਰਸਾਤਾਂ ਦੇ ਵਿੱਚ ਵੀ ਕਿਹਾ ਗਿਆ ਕਿ ਇਹਨਾਂ ਦੇ ਅੰਦਰ ਪਾਣੀ ਤੱਕ ਨਹੀਂ ਆਉਂਦਾ, ਕਿ ਪੂਰੇ ਦਾ ਪੂਰਾ ਘਰ ਬਣਾਉਣ ਤੋਂ ਲੈ ਕੇ ਸ਼ਿੰਗਾਰਨ ਤੱਕ, ਰੰਗ ਭਰਨ ਤੱਕ, ਸਜਾਉਣ ਤੱਕ, ਸਮਾਨ ਰੱਖਣ ਤੱਕ, ਇਹ ਹਰ ਇੱਕ ਚੀਜ਼ ਘਰ ਦੀਆਂ ਔਰਤਾਂ ਦੇ ਵੱਲੋਂ ਕੀਤੀ ਗਈ ਹੈ। ਇਸ ਘਰ ਦੇ ਵਿੱਚ ਤਕਰੀਬਨ 7 ਔਰਤਾਂ ਮੈਨੂੰ ਦੇਖਣ ਨੂੰ ਮਿਲੀਆਂ ਸੀ। ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹਨਾਂ ਦੇ ਵੱਲੋਂ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਪਰ ਇਸ ਘਰ ਨੂੰ ਦੇਖ ਕੇ ਬਾਖੂਬੀ ਦੇਖਿਆ ਜਾ ਸਕਦਾ ਹੈ ਕਿ ਉਹਨਾਂ ਔਰਤਾਂ ਦੇ ਵਿੱਚ ਕਿੰਨਾ ਜ਼ਿਆਦਾ ਟੈਲੈਂਟ ਹੈ। ਔਰ
ਕਦੇ ਨਹੀਂ ਸੋਚਿਆ ਹੋਵੇਗਾ ਕਿਸੇ ਨੇ ਕਿ ਕੋਈ ਔਰਤਾਂ ਦੇ ਵੱਲੋਂ ਇੱਕ ਪੂਰੇ ਦਾ ਪੂਰਾ ਘਰ ਬਣਾਇਆ ਜਾ ਸਕਦਾ ਹੈ ਬਿਨਾਂ ਕਿਸੇ ਤੇ ਡਿਪੈਂਡੈਂਟ ਹੋਈ, ਯਾਨੀ ਕਿ ਕਿਸੇ ਤੇ ਨਿਰਭਰਤਾ ਨਹੀਂ ਹੈ ਨਾ ਔਰਤਾਂ ਦੀ, ਔਰ ਪੂਰੇ ਘਰ ਨੂੰ ਬਣਾਇਆ ਗਿਆ, ਸ਼ਿੰਗਾਰਿਆ ਗਿਆ, ਸੰਭਾਲ ਕੇ ਰੱਖਿਆ ਜਾ ਰਿਹਾ ਤੇ 2 ਸਾਲ ਬਾਅਦ ਉਹ ਇੱਕ ਵਾਰ ਫਿਰ ਤੋਂ ਤਿਆਰ ਹੋ ਜਾਣਗੇ ਕਿ ਅਸੀਂ ਆਪਣੇ ਘਰ ਨੂੰ ਦੁਬਾਰਾ ਬਣਾਉਣਾ ਹੈ। ਇਹ ਰੰਗਾਂ ਤੇ ਫੁੱਲ ਬੂਟੀਆਂ ਨਾਲ ਸਜਿਆ ਹੋਇਆ ਘਰ ਦੇਖ ਕੇ ਤੁਹਾਡਾ ਵੀ ਜ਼ਰੂਰ ਦਿਲ ਕਰਦਾ ਹੋਣਾ ਕਿ ਇੱਥੇ ਆ ਕੇ ਦੇਖਿਆ ਜਾਵੇ, ਕਿਉਂਕਿ ਇਹ ਇਸ ਕਰਕੇ ਵੀ ਖਿੱਚ ਦਾ ਕੇਂਦਰ ਬਣਦੇ ਨੇ ਕਿਉਂਕਿ ਜਦੋਂ ਵੀ ਕੋਈ ਆਪਾਂ ਰੰਗ ਭਰਦੇ ਹੁੰਦੇ ਆ, ਜ਼ਿੰਦਗੀ ਦੇ ਰੰਗ ਹੋਣ ਜਾਂ ਫਿਰ ਉਹ ਕਿਤੇ ਹੋਰ ਜਗ੍ਹਾ ਤੇ ਰੰਗ ਭਰਨੇ ਹੋਣ, ਤਾਂ ਰੰਗਾਂ ਦੀ ਖਾਸ ਤੌਰ ਤੇ ਅਹਿਮੀਅਤ ਹੁੰਦੀ ਹੈ। ਤੇ ਇਸ ਘਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ 2 ਘਰ ਬਹੁਤ ਹੀ ਨੇੜੇ ਬਣਾਏ ਗਏ ਹਨ। ਦੱਸਿਆ ਜਾ ਰਿਹਾ ਕਿ ਇਹ ਇੱਕੋ ਹੀ ਪਰਿਵਾਰ ਦੇ ਮੈਂਬਰ ਨੇ, ਅਲੱਗ-ਅਲੱਗ ਰਿਸ਼ਤੇਦਾਰ ਨੇ, ਦਰਾਣੀ ਜਠਾਣੀ ਦਾ ਘਰ ਦੱਸਿਆ ਜਾ ਰਿਹਾ ਹੈ ਤੇ ਇਸ ਨੂੰ ਪੀਲੇ ਕਲਰ ਨਾਲ ਸ਼ਿੰਗਾਰਿਆ ਗਿਆ ਤੇ ਇੱਧਰ ਨੀਲੇ ਰੰਗ ਨੂੰ ਤਰਜੀਹ ਦਿੱਤੀ ਗਈ ਹੈ। ਹਾਲਾਂਕਿ ਇਹਨਾਂ ਔਰਤਾਂ ਦੇ ਨਾਲ ਗੱਲਬਾਤ ਨਹੀਂ ਕਰ ਪਾਏ ਅਸੀਂ, ਔਰ ਗੁਲਾਬ ਦੇ ਫੁੱਲ ਬਣਾਏ ਹੋਏ ਨੇ। ਕੀ ਉਹਨਾਂ ਦੇ ਦਿਮਾਗ ਦੇ ਵਿੱਚ ਆਉਂਦਾ ਉਸ ਸਮੇਂ ਜਦੋਂ ਇਸ ਨੂੰ ਬਣਾ ਰਹੇ ਹੋਣਗੇ? ਪਿਛੋਕੜ ਕੁਝ ਮੀਂਹ ਦੇ ਨਾਲ ਇੱਕ ਹੋਰ ਘਰ ਦੇ ਵਿੱਚ ਪਹੁੰਚਿਆ ਜਿਹੜਾ ਕਿ ਮੀਂਹ ਦੇ ਨਾਲ ਖਰਾਬ ਹੋਇਆ ਹੈ ਤੇ ਇਸ ਨੂੰ ਹੁਣ ਲਿਪਾ ਪੋਥੀ ਕੀਤੀ ਜਾ ਰਹੀ ਹੈ। ਤੁਸੀਂ ਦੇਖਿਆ ਬਾਹਰ ਕਿਵੇਂ ਗੋਹਾ ਅਤੇ ਮਿੱਟੀ ਦਾ ਮਿਕਸਚਰ ਬਣਾਇਆ ਹੋਇਆ ਸੀ ਤੇ ਹੁਣ ਉਹਦੇ ਨਾਲ ਘਰ ਨੂੰ ਲਿਪਿਆ ਜਾ ਰਿਹਾ। ਇਹ ਤਾਜ਼ਾ ਲਿਪਿਆ ਹੋਇਆ ਤੇ ਉੱਪਰ ਹਲੇ ਚੱਲ ਨਹੀਂ ਸਕਦੇ ਆਪਾਂ, ਬਾਕੀ ਦਾ ਮਿਕਸਚਰ ਸਾਰਾ ਤਿਆਰ ਕੀਤਾ ਜਾ ਰਿਹਾ ਹੈ। ਪਰ ਤੁਸੀਂ ਇਸ ਘਰ ਦੀਆਂ ਵੀ ਦੀਵਾਰਾਂ ਦੇਖ ਸਕਦੇ ਹੋ, ਮਿੱਟੀ ਦੇ ਘਰ ਦੀਆਂ ਦੀਵਾਰਾਂ ਬਣਾਈਆਂ ਹੋਈਆਂ ਨੇ, ਫੁੱਲ ਬੂਟੀਆਂ ਨਾਲ ਜੋੜ ਕੇ ਪੂਰੇ ਬਣਾਏ ਹੋਏ ਨੇ, ਤਾਰੇ ਬਣਾਏ ਹੋਏ ਨੇ। ਖਾਸ ਤੌਰ ਤੇ ਭਾਂਡੇ ਰੱਖਣ ਦੇ ਲਈ ਜਿਵੇਂ ਇਹ ਪੂਰਾ ਬਣਾਉਂਦੇ ਨੇ ਜਿਵੇਂ ਕੋਈ ਆਪਣਾ ਸ਼ੋਕੇਸ ਹੋਵੇ, ਉਸ ਤਰੀਕੇ ਦੇ ਨਾਲ ਤਿਆਰ ਕੀਤਾ ਹੋਇਆ ਤੇ ਉਹਦੇ ਵਿੱਚ ਸਾਰੇ ਭਾਂਡੇ, ਕੋਲੀਆਂ, ਪਲੇਟਾਂ ਸਜਾਈਆਂ ਹੋਈਆਂ ਨੇ। ਵੈਸੇ ਮੈਂ ਇੱਕ ਗੱਲ ਦੇਖੀ ਹੈ ਕਿ ਇਹਨਾਂ ਘਰਾਂ ਦੇ ਵਿੱਚ 3 ਤੋਂ 4 ਘਰ ਦੇਖੇ ਜਿਨ੍ਹਾਂ ਨੇ ਭਾਂਡਿਆਂ ਨੂੰ ਸਜਾਉਣ ਦੇ ਲਈ ਹੀ ਇਸ ਤਰੀਕੇ ਨਾਲ ਰੱਖਿਆ ਹੋਇਆ। ਅਸੀਂ ਜਾ ਕੇ ਆਏ ਹਾਂ ਉਹਨਾਂ ਘਰਾਂ ਦੇ ਵਿੱਚ। ਉਹ ਘਰ-ਬਾਰ ਤੁਸੀਂ ਬਣਾਇਆ ਆਪ ਹੀ? ਆਪ ਬਣਾਇਆ। ਅੱਛਾ ਜੀ। ਔਖਾ ਨਹੀਂ ਲੱਗਦਾ ਐਵੇਂ ਬਾਰ-ਬਾਰ ਘਰ ਬਣਾਣੇ, ਜਿਵੇਂ ਉਹ ਕਹਿ ਰਹੇ ਸੀ? पेट के खातिर सब कुछ करना पड़ता है। पेट के खातिर सभी कुछ करना पड़ता है। ਜਿਵੇਂ ਕਹਿੰਦੇ ਕਿ ਮੀਂਹ ਨਾ ਖਰਾਬ ਹੋ ਗਏ। औखा तो सभी को लगता है कि नहीं? आराम सभी को अच्छी लगती है। हाँ। मजबूरी इतना होती है इंसान को जो काम करना पड़ता है भाई, है कि? ਅੱਛਾ, ਤੁਸੀਂ ਇਹ ਸਾਰੀ ਜ਼ਮੀਨ ਠੇਕੇ ਤੇ ਲੈ ਕੇ ਬਾਈ ਕਰਦੇ ਹੋ ਸਾਰੀ, ਫਿਰ ਇਹਦੇ ਵਿੱਚੋਂ ਤੁਹਾਨੂੰ ਫਾਇਦਾ ਹੁੰਦਾ, ਕੁਝ ਬਚਦਾ ਹੈ? फायदा इतना ही है सर, कारोबार है, बिजनेस है, ये घाटा नफा तो होते ही रहता है। कभी मिल भी जाता है, कुछ बच्चों की मेहनत, किसी वेले घट भी जाते हैं पैसे, ये चक्कर है। ਅੱਛਾ, ਇਹ ਕਿੰਨੇ ਕਿੱਲੇ ਆ, ਕਿੰਨੀ ਜਗ੍ਹਾ 'ਚ 6 ਬੀਜੋਗੇ? किले हैं। ਅੱਛਾ, 6 ਕਿੱਲੇ ਲਏ ਆ ਤੁਸੀਂ। ਇਹ ਵੀ ਤੁਹਾਡੀ ਸਾਡੀ ਆਪਣੀ ਸਾਰੀ? हाँ, ये भी सब अपनी है। ਇੱਕ ਕੀ ਲੱਗਿਆ ਹੋਇਆ ਇੱਧਰ? ये घिया कद्दू लगा है, बैंगन लगा है, घिया कद्दू लगा है। ਅੱਛਾ, ਇਹ ਸਾਰਾ ਫਿਰ ਤੁਸੀਂ ਜਾ ਕੇ ਮੰਡੀ 'ਚ ਵੇਚਦੇ ਹੋ? हाँ, मंडी से सप्लाई करते हैं। ਅੱਛਾ, ਮੰਡੀ ਸਪਲਾਈ ਕਰਦੇ ਹੋ। ਸਹੀ ਦਾਮ ਮਿਲ ਜਾਂਦੇ ਆ? इतना ही है मंडी का रेट, किसी वेले घट भी है, किसी वेले मंदा पै जांदा, किसी वेले तेजी आ जाती है। जो नई सब्जी होती मंडी मार्केट च तो कोई 4 पैसे ਵੱਧ भी पटो जाते हैं। ਜੇ ਸਬਜ਼ੀ ਜ਼ਿਆਦਾ ਆ ਜਾਂਦੀ ਤਾਂ ਰੇਟ ਘੱਟ ਲੱਗਦਾ ਹੈ। ਠੀਕ ਹੈ। ਇਹ ਵੀ ਤੁਹਾਡੀ ਘਰ ਪਰਿਵਾਰ ਦੇ ਬੰਦੇ? ਹਾਂ, ਇਹ ਬੇਟੀ ਹੈ ਮੇਰੀ, ਇਹ ਮੇਰੀ ਘਰਵਾਲੀ ਹੈ। ਅੱਛਾ ਜੀ, ਇਹਨਾਂ ਨਾਲ ਵੀ ਗੱਲਬਾਤ ਕਰ ਲਈਏ। ਹੈ ਚਲੋ, ਵਧੀਆ, ਖੁਸ਼ ਹੋ ਲਾਈਫ ਤੋਂ, ਜ਼ਿੰਦਗੀ ਤੋਂ? ਜ਼ਿੰਦਗੀ ਤੇ ਹੈ ਤਾਂ ਔਖਾ ਹੀ ਕਰਾ, ਜੋ ਕਿਸਮਤ ਨੇ ਠੀਕ ਹੈ, ਹੁਣ ਕੀ ਕਰਨਾ ਹੈ। ਹੁਣ ਇਹ ਤਾਂ ਵਿੱਚ ਜੀ ਕਰਦਾ ਬੈਠਣ ਨੂੰ ਇੱਥੇ। ਹਾਂ, ਥੋੜੀ ਗਰਮੀ ਹੈ, ਬਹੁਤ ਜ਼ਿਆਦਾ बेबसी है बंदा था। ਹੁਣ भाई करना पड़ेगा, की करना है। पेट के खातिर करना पड़ता है भाई। ਅੱਛਾ, ਤੁਸੀਂ ਦੱਸੋਗੇ ਘਰ ਕਿਵੇਂ ਬਣਾਉਂਦੇ ਹੋ? ਮਿੱਟੀ ਦਾ ਘਰ ਜਿਹੜਾ ਬਣਾਇਆ ਹੋਇਆ ਹੁਣ ਇਦਾਂ ਕਿਦਾਂ ਹੱਥ ਨਾਲ ਬਣਾਉਂਦੇ ਹੋ? ਉਹ ਆਈਡੀਆ ਕਿਵੇਂ ਆਉਂਦੇ ਨੇ ਸਾਰੇ? ਕਿਵੇਂ ਸੋਚਦੇ ਹੋ ਵੀ ਆਹ ਫੁੱਲ ਬੂਟੇ ਬਣਾ ਲਈਏ ਜਾਂ ਰੰਗ ਇਸ ਰੰਗ ਦਾ ਹੋਣਾ ਚਾਹੀਦਾ ਹੈ? ਜਿਵੇਂ ਦਿਮਾਗ ਨਾਲ ਸੋਚ ਕੇ ਫਿਰ ਬਣਾ ਲਈਦਾ, ਫਿਰ ਉਦਾਂ ਹੀ ਲਕੀਰਾਂ ਮਾਰਦੀ, ਫਿਰ ਉਹਦੇ 'ਚ ਰੰਗ ਇਹ ਕਰ ਦਿੰਦੇ। ਅੱਛਾ, ਪਹਿਲਾਂ ਲਕੀਰਾਂ ਮਾਰਦੇ ਹੋ, ਫਿਰ ਉਹ 'ਚ ਰੰਗ ਕਰਦੇ ਹੋ। ਰੰਗ ਕਿੱਥੋਂ ਮਿਲਦਾ ਹੈ ਸਾਰਾ? ਸ਼ਹਿਰੋਂ। ਕਿੰਨਾ ਰੰਗ ਲੱਗਦਾ ਇੱਕ ਘਰ 'ਚ, ਜਿਵੇਂ ਹੁਣ ਤੁਸੀਂ ਲਗਾਇਆ? ਜਾਂਦਾ 4-500 ਰੁਪਏ ਦਾ ਤਾਂ ਲੱਗ ਹੀ ਜਾਂਦਾ। ਕਿੰਨਾ? 4-500 ਰੁਪਏ ਦਾ ਲੱਗ ਜਾਂਦਾ। 400-500 ਦਾ ਰੰਗ ਲੱਗ ਜਾਂਦਾ। ਜਿਵੇਂ ਤੁਸੀਂ ਅਲੱਗ-ਅਲੱਗ ਰੰਗ ਲਗਾਏ ਹੋਏ ਨੇ, ਹੈਨਾ? ਪਹਿਲਾਂ ਇੱਕ ਪੂਰੇ ਘਰ ਦੇ ਵਿੱਚ ਸਕਾਈ ਕਲਰ ਕੀਤਾ ਹੋਇਆ ਹੈ, ਫਿਰ ਰੈੱਡ ਕਲਰ ਦੇ ਫੁੱਲ ਬੂਟੇ ਬਣਾਏ ਨੇ, ਦਿਲ ਬਣਾਇਆ ਹੋਇਆ ਹੈ। ਮੈਂ ਉਹ ਸਾਰਾ ਦੇਖ ਲਿਆ। ਤੇ ਅੱਛਾ, ਉਹ ਸਾਰਾ ਪਹਿਲਾਂ ਤੁਸੀਂ ਲੀਕਾਂ ਮਾਰੀਆਂ, ਫਿਰ ਤੁਸੀਂ ਰੰਗ ਕੀਤਾ ਤੇ ਉਹ ਉਕਰੇ ਹੋਏ ਨੇ, ਪਲੇਨ ਨਹੀਂ ਹੈਗੇ, ਮਤਲਬ ਬਾਹਰ ਉਭਰੇ ਹੋਏ ਨੇ, 3D ਟਾਈਪ ਹੈ। ਉਹ ਕਿਵੇਂ ਬਣਾਉਂਦੇ ਹੋ? ਬਸ ਇੱਦਾਂ ਹੀ ਬਣਾ ਹੀ ਲੈਂਦੇ। ਦੇਖੋ, ਮਿੱਟੀ ਦਾ ਕੰਮ ਹੈ, ਕੋਈ ਸੀਮੈਂਟ ਦਾ ਤੇ ਹੈ ਨਹੀਂ। ਹਾਂ, ਸਾਰਾ ਮਿੱਟੀ ਦਾ ਕੰਮ ਹੈ ਇੱਦਾਂ ਹੀ। ਅੱਛਾ, ਪਹਿਲੀ ਵਾਰ 'ਚ ਹੀ ਬਣਾਉਂਦੇ ਹੋ? ਪਹਿਲੀ ਵਾਰ 'ਚ ਹੀ ਬਣ ਜਾਂਦਾ? ਹੋਰ
ਕਿੱਥੋਂ ਸਿੱਖਿਆ ਤੁਸੀਂ ਇਹ ਸਾਰਾ? ਸਿੱਖਿਆ ਜੀ ਆਪਣੀ ਦਿਮਾਗੀ ਨਾਲ ਸਿੱਖਿਆ। ਪੂਰਾ ਘਰ ਬਣਾਉਣਾ? ਹੋਰ ਅੱਛਾ, ਕਿਤੇ ਪਹਿਲੀ ਵਾਰ ਕਿੱਥੇ ਦੇਖਿਆ ਸੀ ਇਹ ਜਿਹਾ ਘਰ ਬਣਿਆ ਹੋਇਆ? ਛੋਟੇ ਹੁੰਦੇ ਕਦੀ ਦੇਖਿਆ ਹੋਣਾ? ਛੋਟੇ ਹੁੰਦੇ ਤੇ ਇਹੀ ਕੰਮ ਕਰਦੇ ਸੀ। ਅੱਛਾ, बचपन से ही काम ਬਚਪਨ ਤੇ ਅਸੀਂ ਇਹ ਕੰਮ ਕਰਦੇ ਤੇ ਫਿਰ ਸਿੱਖਣਾ ਕਿਹਦੇ ਨਾਲ ਹੈ? ਆਪਣੇ ਵਾਸਤੇ ਬਣਾਉਂਦੇ ਹੋ ਘਰ ਜਾਂ ਲੋਕਾਂ ਵਾਸਤੇ ਵੀ? ਆਪਣੀ ਵਾਸਤੇ। ਲੋਕਾਂ ਕੌਣ ਤਾਂ ਕੁੱਲੀ ਦੀ ਕੱਖਾਂ ਕੌਣ ਪਸੰਦ ਕਰਦਾ ਅੱਜ ਕੱਲ? ਸਾਰੇ ਤਗੜੇ ਤਗੜੇ ਮਹਿਲ ਪਸੰਦ ਕਰ ਰਹੇ ਲੋਕੀ। ਇਹ ਤਾਂ ਸਾਡਾ ਤੇ ਹੈ ਕਿ ਚਲੋ ਸਾਲ ਦੇ ਸਾਲ ਬਿਜ਼ਨਸ ਹੈਗਾ, ਥਾਂ ਥਾਂ ਕੁੱਲੀਆਂ ਬਣਾਉਂਦੇ ਆ, ਸਾਲ 2 ਸਾਲ ਕੱਢਦੇ ਆ, ਫਿਰ ਨਵਾਂ ਘਰ ਬਣਾਉਂਦੇ ਆ। ਇਹ ਤੋੜ ਕੇ ਹੁਣ ਦੇਖੋ ਕਿੱਥੇ ਬਣਦਾ ਹੈ। ਜਿੱਥੇ ਪੈੜੀ ਮਿਲਦੀ ਹੈ ਉੱਥੇ ਬਣਾ ਲੈਂਦੇ ਆ। ਅੱਛਾ, ਇੱਕ ਘਰ ਬਣਾਉਣ 'ਚ ਕਿੰਨਾ ਟਾਈਮ ਲੱਗਦਾ ਹੈ? ਲੱਗ ਜਾਂਦਾ 15-20 ਦਿਨ ਤੇ ਲੱਗ ਹੀ ਜਾਂਦੇ ਆ। ਅੱਛਾ, ਫਿਰ ਉਹ ਜਦੋਂ ਤਿਆਰ ਕਰਦੇ ਹੋ ਫਿਰ ਉਹ 20 ਦਿਨ ਤੁਸੀਂ ਕਿੱਥੇ ਰਹਿੰਦੇ ਹੋ? ਇੱਦਾਂ ਹੀ ਰਹਿੰਦੇ ਹੋ ਇਦਾਂ ਹੀ ਬਾਹਰ ਹੀ? ਹੋਰ ਡੇਰੇ ਬਣਾ ਲੈਂਦੇ ਪਹਿਲਾਂ। ਹਾਂ, ਡੇਰੇ ਬਣਾਉਂਦੇ ਬਣਾ ਕੇ ਫਿਰ ਇਦਾਂ ਖੁੱਲੀ ਬਣਾ ਕੇ ਫਿਰ ਲਿਪ ਕੇ ਸਾਰਾ ਕੰਮ ਕਰਕੇ ਫਿਰ ਉਹਦੇ ਚ ਆ ਜਾਂਦੇ। ਹੋ। ਅੱਛਾ, ਵਾਹ, ਘਰ ਦਾ ਹੀ ਸੋਚ ਰਹੀ ਸੀ। ਇਹ ਕਾਦੇ ਵਾਸਤੇ ਨੇ? ਇਹ ਸਬਜ਼ੀ ਲਾਉਂਦੇ ਆ, ਤੋੜ ਕੇ ਨਾ ਸਬਜ਼ੀ ਲਾਉਂਦੇ ਇਹਦੇ ਵਿੱਚ ਛਾਂ 'ਚ। ਅੱਛਾ, ਉਹ ਪਨੀਰੀ ਹੋਣੀ ਉੱਥੇ ਫਿਰ? ਨਹੀਂ ਪਨੀਰ ਹੀ ਨਹੀਂ। ਪਨੀਰੀ ਨਹੀਂ ਹੈ, ਠੀਕ ਹੈ। ਤੋੜ ਕੇ ਉੱਥੇ ਰੱਖ ਦਿਓ? ਹਾਂ, ਉੱਥੇ ਰੱਖ ਸਟੋਰ ਹੈ ਉਹ ਇੱਕ ਤਰ੍ਹਾਂ। ਅੱਛਾ, ਜਿਹੜਾ ਤੁਸੀਂ ਘਰ ਬਣਾਇਆ ਉਹਦੇ ਵਿੱਚ ਕਿੰਨੇ ਕਮਰੇ ਹੈ? ਕਮਰਾ ਦੇਖੋ ਹੀ ਹੈ, ਇੱਕ ਬਾਹਰ ਹੈ, ਇੱਕ ਅੰਦਰ ਹੈ। ਅੱਛਾ, ਇੱਕ ਕਮਰਾ ਬਾਹਰ ਹੈ, ਇੱਕ ਅੰਦਰ ਹੈ। ਬਾਥਰੂਮ ਵੀ ਬਣਾਇਆ ਹੈ? ਬਾਥਰੂਮ ਵੀ ਬਣਾਇਆ। ਸਭ ਕੁਝ ਬਣਾਇਆ। ਚੁੱਲ੍ਹੇ ਵੀ ਮੈਂ ਦੇਖੇ, ਚੁੱਲ੍ਹੇ ਵੀ ਬਣਾਏ ਹੋਏ ਸੀਗੇ। ਬਾਥਰੂਮ ਬਾਹਰ ਬਣਿਆ। ਇਹ ਵਧੀਆ, ਜਿੰਨੇ ਮਰਜ਼ੀ ਕਮਰੇ ਪਾ ਲਓ ਹਨਾ, ਆਪਣੇ ਜ਼ਰੂਰਤ ਦੇ। ਆਪਣੇ ਹੱਥ ਹੀ ਵੇਣ ਹੁੰਦਾ ਹੈ। ਹਾਂ, ਆਪਣੇ ਜ਼ਰੂਰਤ ਦੇ ਹਿਸਾਬ ਨਾਲ ਕਮਰੇ ਪਾ ਲਓ, ਜਿੰਨੀ ਮਰਜ਼ੀ ਕੋਠੀ ਪਾ ਲਓ। ਡਬਲ ਸਟੋਰੀ ਨਹੀਂ ਪੈਂਦੀ? ਅੱਛਾ, ਇਹ ਵੀ ਡਬਲ ਨਹੀਂ ਪੈਂਦੀ। ਡਬਲ ਕਿੱਦਾਂ ਪੈਣੀ ਹੈ? ਘਰ-ਬਾਰ ਬਣਾਉਣ ਦੀ ਤਰਤੀਬ ਦੱਸੀ ਹੈ ਤੇ ਇਹਨਾਂ ਦਾ 13 ਸਾਲ ਦਾ ਬੱਚਾ ਹੈ, ਜਿਹੜਾ ਕੁੜੀ ਹੈ ਜਿਹੜੀ 13 ਸਾਲ ਦੀ, ਉਹ ਵੀ ਘਰ ਬਣਾ ਲੈਂਦੀ ਹੈ। ਅੱਛਾ, ਤੁਸੀਂ ਪੂਰੀ ਤਰ੍ਹਾਂ ਦੇ ਨਾਲ ਆਤਮ ਨਿਰਭਰ ਹੋ? ਆਪਣੇ ਆਪ ਕਰ ਲੈਂਦੇ ਹੋ ਸਭ ਕੁਝ? ਘਰ-ਬਾਰ ਵੀ, ਖੇਤਾਂ ਦਾ ਕੰਮ ਵੀ, ਆਣਾ ਜਾਣਾ ਵੀ? ਇਹ ਹੈ ਆਤਮ ਨਿਰਭਰਤਾ। ਇਹ ਉਹ ਔਰਤਾਂ ਨੇ ਜਿਨ੍ਹਾਂ ਨੇ ਘਰ-ਬਾਰ ਸੰਭਿਆ ਹੋਇਆ ਹੈ, ਆਪਣੀ ਜ਼ਿੰਦਗੀ ਵੀ ਸੰਭਾਲੀ ਹੋਈ ਹੈ ਤੇ ਆਪਣਾ ਆਉਣ ਵਾਲਾ ਭਵਿੱਖ ਵੀ ਸੰਭਿਆ ਹੋਇਆ। ਤਾਂ ਬਹੁਤ ਵਧੀਆ ਲੱਗਿਆ ਇਹਨਾਂ ਔਰਤਾਂ ਦੇ ਨਾਲ ਮਿਲ ਕੇ, ਜਿਹੜਾ ਕਿ ਆਪਣਾ ਹਰ ਇੱਕ ਕੰਮ ਆਪ ਕਰਨਾ ਜਾਣਦੀਆਂ ਨੇ। ਘਰ ਬਣਾਉਣ ਤੋਂ ਲੈ ਕੇ ਖਰਚਾ ਪਾਣੀ ਕਿਵੇਂ ਚੱਲੇਗਾ, ਉਹ ਸਾਰਾ ਕਾਰੋਬਾਰ ਸੰਭਾਲਣ ਤੱਕ ਲੈ ਕੇ, ਅਤੇ ਸਾਰੀ ਜਦੋਂ ਸਬਜ਼ੀ ਉੱਗ ਜਾਂਦੀ ਹੈ ਉਹਨੂੰ ਸਟੋਰ ਕਰਨ ਦੇ ਲਈ ਉਹ ਥਾਂ ਵੀ ਬਣਾਈ ਹੋਈ ਹੈ, ਤੇ ਉਸ ਤੋਂ ਬਾਅਦ ਇਹ ਸਾਰਾ ਸਮਾਨ ਕਿਸ ਤਰ੍ਹਾਂ ਦੇ ਨਾਲ ਲਿਜਾ ਕੇ ਮੰਡੀਆਂ ਦੇ ਵਿੱਚ ਵੇਚਿਆ ਜਾਂਦਾ ਹੈ, ਉਹ ਸਭ ਕੁਝ ਦੱਸਿਆ ਗਿਆ ਸੀ ਅੱਜ। ਵਧੀਆ ਇਸ ਕਰਕੇ ਲੱਗਿਆ ਮੈਨੂੰ ਬਹੁਤ ਜ਼ਿਆਦਾ, ਕਿਉਂਕਿ ਇਹ ਆਤਮ ਨਿਰਭਰਤਾ। ਪਰ ਇਹਨਾਂ ਨੂੰ ਹਜੇ ਵੀ ਉਹ ਸਹੂਲਤਾਂ ਦੀ ਘਾਟ ਹੈ ਜਿਹੜੀਆਂ ਕਿ ਇਹਨਾਂ ਨੂੰ ਅਸਲ ਦੇ ਵਿੱਚ ਮਿਲਣੀਆਂ ਚਾਹੀਦੀਆਂ ਨੇ। ਮਦਦ ਨਹੀਂ ਕੀਤੀ ਜਾ ਰਹੀ। ਜੇਕਰ ਸਰਕਾਰ ਅਜਿਹੀਆਂ ਚੀਜ਼ਾਂ ਨੂੰ ਬੜਾਵਾ ਦੇਵੇਗੀ, ਹੁੰਗਾਰਾ ਦੇਵੇਗੀ ਔਰ ਮਦਦ ਕੀਤੀ ਜਾਵੇਗੀ ਇਹਨਾਂ ਔਰਤਾਂ ਦੇ ਪਰਿਵਾਰਾਂ ਦੀ, ਤਾਂ ਜ਼ਰੂਰ ਫਲ ਸਬਜ਼ੀਆਂ ਜਿਹੜੇ ਕਿਸਾਨ ਨੇ, ਕਿਸਾਨੀ ਕਰਦੇ ਨੇ, ਉਹਨਾਂ ਦੇ ਵਿੱਚ ਵੀ ਲਾਭ ਹੋਵੇਗਾ ਤੇ ਇਹਨਾਂ ਨੂੰ ਵੀ ਆਰਥਿਕ ਪੱਖ ਤੋਂ ਹੋਰ ਜ਼ਿਆਦਾ ਮਦਦ ਮਿਲ ਸਕਦੀ ਹੈ। ਤੇ ਇੱਕ ਹੋਰ ਗੱਲ ਜਿਹੜੀ ਕਿ ਜ਼ਰੂਰੀ ਹੈ ਕਿ ਇਹਨਾਂ ਦੇ ਬੱਚੇ ਵੀ ਸਕੂਲ ਜਾਣ। ਸਾਰੇ ਬੱਚੇ ਸਕੂਲ ਨਹੀਂ ਜਾਂਦੇ। ਕੁਝ ਜਿਹੜੇ ਹੁਣ ਬੱਚੇ ਸੀ ਸਾਨੂੰ ਮਿਲੇ, ਉਹਨਾਂ ਨੇ ਦੱਸਿਆ ਕਿ ਕਰੋਨਾ ਕਰਕੇ ਉਹ ਸਕੂਲ ਨਹੀਂ ਜਾ ਪਾ ਰਹੇ। ਤਾਂ ਅਜਿਹੇ ਹੋਰ ਪਰਿਵਾਰਾਂ ਦੀਆਂ ਕਹਾਣੀਆਂ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਹਾਂਗੇ। ਕਿਵੇਂ ਇਹ ਜ਼ਿੰਦਗੀ ਬਸਰ ਕਰਦੇ ਨੇ, ਕਿਹੜੀਆਂ ਤਕਲੀਫਾਂ ਇਹਨਾਂ ਨੂੰ ਆਉਂਦੀਆਂ ਨੇ, ਕਿਹੜੀਆਂ ਗੱਲਾਂ ਕਰਕੇ ਇਹਨਾਂ ਨੂੰ ਵਧੀਆ ਲੱਗਦਾ ਹੈ, ਸਭ ਕੁਝ ਤੁਹਾਡੇ ਤੱਕ ਪਹੁੰਚਾਉਂਦੇ ਰਹਾਂਗੇ। ਬੋਲ ਪੰਜਾਬ ਤੇ ਅਜਿਹੀਆਂ ਹੋਰ ਕਹਾਣੀਆਂ ਦੇਖਣ ਦੇ ਲਈ ਤੁਸੀਂ ਸਾਨੂੰ ਸਬਸਕ੍ਰਾਈਬ ਕਰੋ ਤੇ ਕਮੈਂਟ ਕਰਨਾ ਨਾ ਭੁੱਲਣਾ। ਧੰਨਵਾਦ।